50 60 ਕਿਲੋਮੀਟਰ ਦੂਰ ਤੋਂ ਲੋਕ ਟਰੈਕਟਰ ਮਾਰਚ ਹਿੱਸਾ ਲੈਣਗੇ। ਅੱਜ ਘੱਟੋ ਘੱਟ 3000 ਟਰੈਕਟਰ ਦੀ ਰੈਲੀ ਨਿਕਲ ਰਹੀ ਹੈ ਉੱਥੇ। ਟ੍ਰੇਲਰ ਜਾਣੀ ਕਿ ਰਾਜਸਥਾਨ ਦੇ ਵਿੱਚ ਵੀ ਸ਼ੁਰੂ ਹੋ ਗਏ ਨੇ, ਜਿਹੜੇ ਕਿਸੇ ਟਾਈਮ ਇੱਥੇ ਥੋੜੇ ਦਿਨ ਪਹਿਲਾਂ ਕੁੰਡਲੀ ਬਾਰਡਰ ਤੇ ਕਿਹਾ ਜਾਂ ਨੌਜਵਾਨ ਕਹਿੰਦੇ ਸੀ ਇੱਥੇ ਟ੍ਰੇਲਰ ਦਿਖਾ ਰਹੇ ਆ। ਹਾਂ, ਜੇ ਦਮ ਹੈ ਤੇ ਗੰਗਾਨਗਰ ਤੇ ਹਨੂਮਾਨਗੜ੍ਹ ਤੇ ਕੋਟੇ ਬੁੰਦੀ ਬਾਰਾਜ ਰੱਖ ਕੇ ਦਿਖਾਵੇ ਤੇ ਰੈਲੀ ਕਰਕੇ ਦਿਖਾਵੇ। ਚੈਲੰਜ ਹੈ। ਇੱਕ ਥਾਂ ਦਾ ਕੱਲੀਆਂ ਬੀਬੀਆਂ ਨੇ 3 ਟੀਕੇ ਘੇਰਿਆ, ਕੱਲੀਆਂ ਬੀਬੀਆਂ ਨੇ। ਬੀਬੀਆਂ ਕਹਿੰਦੀਆਂ ਕੋਈ ਬੰਦਾ ਨਹੀਂ ਅੱਗੇ ਆਏਗਾ, ਇਸ ਮੰਤਰੀ ਦਾ ਜਵਾਬ ਅਸੀਂ ਲੈਣਾ, ਅਸੀਂ ਸਵਾਲ ਕਰਾਂਗੀਆਂ। ਜਿਹੜੀਆਂ ਬੱਚੀਆਂ ਨਾ, ਇਹ ਬੱਚੀਆਂ ਪਤਾ ਕਿਹਨੂੰ ਮੈਸੇਜ ਦੇ ਰਹੀਆਂ? ਇਹ ਬੱਚੀਆਂ ਉਹਨਾਂ ਐਮਐਲਏਆਂ ਨੂੰ, ਉਹਨਾਂ ਐਮਪੀਆਂ ਨੂੰ, ਉਹ ਪਾਰਟੀ ਦੇ ਜਿਹੜੇ ਆਪਣੇ ਗੁਲਾਮ ਲੋਕ ਜਿਹਨਾਂ ਗੱਲ 'ਚ ਪੱਟੇ ਪਵਾਇਆ ਟਿਕਟਾਂ ਵਾਸਤੇ ਤੁਰੇ ਫਿਰਦੇ, ਉਹਨਾਂ ਨੂੰ ਮੈਸੇਜ ਦੇ ਰਹੀਆਂ। ਕੋਈ ਕਿਸੇ ਦੇ ਬੁਲਾਇਆ ਨਹੀਂ ਆਇਆ, ਕੋਈ ਕਿਸੇ ਦੇ ਪਿੱਛੇ ਨਹੀਂ ਆਇਆ। ਸਾਰੇ ਆਪਦੇ ਜਵਾਕਾਂ ਦੀ ਰੋਟੀ ਤੇ ਆਪਦੇ ਢਿੱਡ ਵਾਸਤੇ ਆਪਦੇ ਉਜਵਲ ਭਵਿੱਖ ਨੂੰ ਵੇਖਦੇ ਹੋਏ ਆਏ ਆ। ਐਸੀ ਕਰਕੇ ਤਾਂ ਕਹਿੰਦੇ ਆ ਇਹ ਲਿਆਂਦੇ ਨਹੀਂ ਗਏ, ਇਹ भीड़ नहीं गी। भीड़ के कारण नहीं होते क्योंकि भीड़ में इंसान नहीं होते। ये भीड़ नहीं गी, ये सिपाही है। तो सिपाही मोर्चे ते जाता है, जित के आउंदा। ते साडा तां भारत दा इतिहास गवाह है, 65 जिते, 71 जिते, कारगिल जिते, हारे की हैं। ਸਤਿ ਸ਼੍ਰੀ ਅਕਾਲ ਜੀ, ਸੁਰਖਾਬ ਟੀਵੀ ਦੇਖ ਰਹੇ ਹੋ। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਬੈਰੀਗੇਟ ਤੋੜਨੇ ਜਿਹੜੇ ਹੈਗੇ ਨੇ ਉਹ ਆਮ ਗੱਲ ਬਣ ਗਈ ਹੈ। ਤੁਸੀਂ ਵੇਖਿਆ ਹੋਣਾ ਵੀ ਜਦੋਂ ਪੰਜਾਬ ਤੋਂ ਹਜੂਮ ਚੜ੍ਹ ਕੇ ਆਇਆ ਤੇ ਕਿੰਨੇ ਤਕੜੇ ਜਿਹੜੇ ਬੈਰੀਗੇਟ ਲਗਾਏ ਗਏ ਸਨ ਤੇ ਉਹਨਾਂ ਨੂੰ ਤੋੜਨਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਸਮਝਿਆ ਗਿਆ ਨੌਜਵਾਨਾਂ ਵੱਲੋਂ। ਹਰਿਆਣੇ ਵਾਲੇ ਵੀਰਾਂ ਨੇ ਸਾਥ ਦਿੱਤਾ, ਮੱਧ ਪ੍ਰਦੇਸ਼ ਤੋਂ ਚੱਲ ਕੇ ਕੇਰਲਾ ਤੱਕ ਤੋਂ ਚੱਲ ਕੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ। ਹੁਣ ਜਿਹੜੇ ਬੈਰੀਗੇਟ, ਨਵੇਂ ਬੈਰੀਗੇਟ ਤੋੜੇ ਗਏ ਨੇ ਉਹ ਹਨ ਰਾਜਸਥਾਨ ਤੋਂ। ਜਿਹੜੇ ਵੀਰਾਂ ਨੇ ਰਲ ਕੇ ਬਹੁ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਵੀਰ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨੇ ਬੈਰੀਗੇਟ ਤੋੜੇ ਨੇ। ਇਸ ਵੇਲੇ ਪ੍ਰਧਾਨ ਸਾਹਿਬ ਸਾਡੇ ਕੋਲੇ ਮੌਜੂਦ ਨੇ। GKS ਦੇ ਨਾਂ ਦੇ ਉੱਪਰ ਇਹਨਾਂ ਦੀ ਜਿਹੜੀ ਸੰਸਥਾ ਚਲਾਈ ਗਈ ਹੈ, ਇਹ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਵੱਲੋਂ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਰਣਜੀਤ ਸਿੰਘ ਜੀ ਰਾਜੂ, RRR ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, RRR ਰਣਜੀਤ ਰਾਜੂ ਰਾਜਸਥਾਨ ਤੋਂ ਗੱਲਬਾਤ ਕਰਦੇ ਹਾਂ। ਵੀਰ ਜੀ, ਕਦੋਂ ਪਹੁੰਚੇ ਹੋ ਤੁਸੀਂ ਤੇ ਕਿੰਨੇ ਕੁ ਜਣੇ ਜਿਹੜੇ ਨੇ ਇੱਥੇ ਤੁਹਾਡੇ ਨਾਲ ਹੋਰ ਪਹੁੰਚੇ ਹੋਏ ਨੇ? ਲਗਭਗ ਇਸ ਟਾਈਮ ਸੁਖਦੇਵ ਢਾਬਾ ਮੈਸਾਨੀ ਬਰਾਜ ਤੇ ਅਸੀਂ ਰੁਕੇ ਹੋਏ ਹਾਂ। ਪਿੱਛੇ ਬੈਰੀਕੇਡ ਲੱਗੇ ਸੀ ਰਵਾੜੀ ਬਾਈਪਾਸ ਤੇ, ਉਦੋਂ ਪਿੱਛੇ ਬੈਰੀਕੇਡ ਲੱਗੇ ਸ਼ਾਹਜਹਾਂਪੁਰ ਤੇ। ਉਹ ਤੋੜਦੇ ਹੋਏ ਅਸੀਂ ਸ਼ਾਹਜਹਾਂਪੁਰ ਤੋਂ 31 ਕਿਲੋਮੀਟਰ ਅੱਗੇ ਰੁਕ ਗਏ ਹਾਂ ਅਸੀਂ। ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੈਗਾ ਵੀ ਸ਼ੰਭੂ ਤੋਂ ਵੀ ਸਾਥੀ ਚੱਲੇ ਸੀਗੇ, ਖਨੌਰੀ ਤੋਂ ਵੀ ਚੱਲੇ ਸੀਗੇ, ਡੱਬਲ ਤੋਂ ਚੱਲੇ ਸੀਗੇ। ਪਰ ਜਿੰਨੀ ਭਿਅੰਕਰ ਤਰੀਕੇ ਨਾਲ ਐਸ ਬੰਬਾਰਡਮੈਂਟ ਕੀਤੀ ਗਈ, ਬੰਬ ਹੀ ਕਹੂੰਗਾ ਮੈਂ ਤਾਂ ਉਹਨਾਂ ਨੂੰ, ਐਂ ਫਟਦੇ ਸੀ, ਬਲਾਸਟ ਹੁੰਦਾ ਸੀਗਾ। ਸਾਡੇ 15-20 ਕਿਸਾਨ ਵੀਰ ਜ਼ਖਮੀ ਹੋਏ ਆ, ਨੌਜਵਾਨ ਸਾਥੀ। ਇੱਕ ਦੇ ਲੱਤ ਤੇ ਫ੍ਰੈਕਚਰ ਆ ਗਿਆ, ਇੱਕ ਦੀ ਬਾਂਹ ਤੇ ਫ੍ਰੈਕਚਰ ਆ ਗਿਆ। ਮਾਈਨਰ ਸੱਟਾਂ ਬਹੁਤ ਲੋਕਾਂ ਦੇ ਲੱਗੀਆਂ ਹੈਗੀਆਂ। ਇੱਕ ਬੰਦੇ ਦੇ ਮੇਜਰ ਫ੍ਰੈਕਚਰ ਆ ਗਿਆ ਲੱਤ ਤੇ, ਉਹ ਗੁੜਗਾਉਂ ਉਹਦਾ ਟ੍ਰੀਟਮੈਂਟ ਕੀਤਾ ਹਸਪੀਟਲ ਦੇ ਵਿੱਚ। ਪਰ ਫਿਰ ਵੀ ਨੌਜਵਾਨਾਂ ਦਾ ਜੋਸ਼ ਤੇ ਜਜ਼ਬਾ ਇੰਨਾ ਸੀਗਾ ਵੀ ਬੰਬਾਂ ਦੀ ਪਰਵਾਹ ਕੀਤੇ ਬਿਨਾਂ ਲੱਗੇ ਰਹੇ, ਤੋੜਦੇ ਰਹੇ, ਅੱਗੇ ਵੱਧਦੇ ਰਹੇ। ਇਸ ਟਾਈਮ ਅਸੀਂ KMP ਤੋਂ 25 ਕਿਲੋਮੀਟਰ ਪਿੱਛੇ ਬੈਠੇ ਹੋਏ ਹਾਂ। ਉੱਥੇ ਸਾਡੇ 3-4 ਹਜ਼ਾਰ ਦੀ ਸੰਖਿਆ 'ਚ ਕਿਸਾਨ ਹੈਗੇ ਆ। 2 ਦਿਨ ਦਾ ਠਹਿਰਾਵ ਆ ਗਿਆ ਸੀ, ਕਿਉਂਕਿ ਜਦੋਂ ਇੱਕ ਵਾਰੀ ਬੰਦਾ ਮੋਰਚਾ ਪੱਟ ਕੇ ਅੱਗੇ ਪਿੱਛੇ ਹੁੰਦਾ, ਨਿਸ਼ਚਿਤ ਪਿਛਲੇ ਬੰਦਿਆਂ ਨੂੰ ਸਹੀ ਸੂਚਨਾ ਨਹੀਂ ਹੁੰਦੀ ਵੀ ਕਿੱਥੇ ਪਹੁੰਚਣਾ, ਕਿੱਥੇ ਨਹੀਂ ਪਹੁੰਚਣਾ। ਹੁਣ ਜਿਵੇਂ 4 ਤਰੀਕ ਨੂੰ ਤੋਂ ਸੂਚਨਾ ਪਿੱਛੇ ਪਹੁੰਚ ਗਈ ਸੀਗੀ, ਔਰ ਉੱਥੋਂ ਲੋਕ ਲਗਾਤਾਰ, ਮੈਂ ਹਿੰਦੀ ਬੋਲਾਂ, ਜੋ ਮਰਜ਼ੀ ਬੋਲ ਸਕਦੇ, ਮੇਰੇ ਖਿਆਲ ਹਿੰਦੀ ਰਾਜਸਥਾਨ ਦੇ ਲੋਕਾਂ ਨੂੰ ज़्यादा ਵਧੀਆ ਲੱਗ जाएगा। और 4 तारीख से पीछे मैसेज क्लियर हो गया हनुमानगढ़ गंगानगर राजस्थान में। और 4 के बाद 5 को, 6 को, 7 को लगातार किसानों का दल बढ़ते जा रहा है। और अभी मेरे पास सूचना आई है 40 ट्रैक्टर ट्राली गड़साना से रवाना होगी और मध्य प्रदेश से एक बहुत बड़ा लश्कर चल के जो 22 तारीख को, 23 को हमारे पास पहुंचेगा। और अच्छी बात जो क्या है हमारे नाके की, वहाँ पर गुजरात के किसान भी हैं, वहाँ पर महाराष्ट्र के किसान भी हैं, MP किसान आ रहे हैं, राजस्थानी किसान भी हैं। और विशेष तौर से गंगानगर और हनुमानगढ़ के किसान ज़्यादा हैं, क्योंकि जो इन कानूनों का जो इफ़ेक्ट है वो हम पर ज़्यादा पड़ेगा। राजस्थान पूरे में APMC नहीं है, पूरे राजस्थान में मंडियाँ नहीं हैं। तो इसलिए राजस्थान की भौगोलिक परिस्थितियाँ भी अलग अलग हैं। उसके बावजूद भी एक बहुत मेन रोड, एक जो बॉम्बे सिटी, 2 पोर्ट, आर्थिक राजधानी और देश की राजधानी को जोड़ती है। कन्वर गरेवाल ने गाना गाया ਸੀਗਾ, ਤੇਰੇ ਧੌਣ ਦੇ 2 ਬਣ ਕੇ ਮਰੋੜ ਦਿਆਂਗੇ। ਅਸਲੀ ਧੌਣ ਦੇ ਬਣ ਕੇ ਅਸੀਂ ਮਰੋੜ ਕੇ ਮੈਸਾਨੀ ਬਰਾਜ ਤੇ। ਜਿਹੜੇ ਨੌਜਵਾਨ ਇਦਾਂ ਬੈਰੀਕੇਡ ਤੋੜ ਤੇ ਆ ਰਹੇ ਹੁੰਦੇ ਨੇ,
ਜਿਹੜਾ ਹਜੂਮ ਹੁੰਦਾ ਹੈ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਇਦਾਂ ਔਖਾ ਵੀ ਹੈ ਬੈਰੀਗੇਡ ਤੋੜਨੇ, ਜਿਵੇਂ ਇੱਕ ਬੈਰੀਗੇਡ ਤੋੜਿਆ ਉਹ ਤੋਂ ਕਿੰਨੇ ਕਿਲੋਮੀਟਰ ਚੱਲ ਕੇ ਅੱਗੇ ਜਾ ਕੇ ਫਿਰ ਦੂਜਾ ਬੈਰੀਗੇਡ ਤੋੜਨਾ ਤੇ ਤੁਰ ਕੇ ਸਫ਼ਰ ਵੀ ਤੈਅ ਕਰਨਾ, ਹੌਸਲੇ ਵੀ ਬੁਲੰਦ ਰੱਖਣੇ ਤੇ ਡੌਲਿਆਂ ਦੇ ਵਿੱਚ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਜਾਨ ਵੀ ਹੋਣੀ ਚਾਹੀਦੀ ਹੈ ਨਾ, ਇਹ ਕੋਈ ਥੋੜੀ ਬਹੁਤੀ ਗੱਲ ਤੇ ਹੈ ਨਹੀਂ ਹੈਗਾ। ਇੱਥੋਂ ਤਾਂ ਸਪਸ਼ਟ ਹੁੰਦਾ ਹੈ ਵੀ ਇਹ ਸਿਪਾਹੀ ਹੈ, ਸੋਲਜਰ ਹੈ ਇਸ ਵਾਰ ਦੇ। ਦਿਸ ਇਜ਼ ਵਾਰ ਬਿਟਵੀਨ ਸਰਕਾਰ ਐਂਡ ਅਸ। ਇਹ ਸੋਲਜਰ ਨੇ ਵਾਰ ਦੇ, ਜਿਹੜੇ ਕਿ ਜਨੂਨ ਨਾਲ ਜਜ਼ਬੇ ਨਾਲ ਲੜਨ ਆ ਰਹੇ ਆ। ਕੇਂਦਰ ਸਰਕਾਰ ਕੀ ਕਹਿ ਰਹੀ ਵਾਰ-ਵਾਰ, ਇਹ ਕਿਰਾਏ ਦੇ ਨੇ, ਕਾਂਗਰਸੀ ਨੇ। ਮੈਂ ਕੇਂਦਰ ਸਰਕਾਰ ਨੂੰ ਚੈਲੰਜ ਕਰਦਾ, ਪਹਿਲਾਂ ਵੀ ਕਈ ਵਾਰ ਚੈਲੰਜ ਕਰ ਚੁੱਕੇ ਹਾਂ। ਤੁਸੀਂ ਬਹੁਤ ਅੰਦੋਲਨ ਕੀਤੇ ਆ, ਤੁਸੀਂ ਨੰਗੇ ਧੜ ਵੀ 2014 ਤੋਂ ਪਹਿਲਾਂ ਤੁਰਦੇ ਹੁੰਦੇ ਸੀਗੇ, ਪਰ ਅੱਜ ਤੱਕ ਤੁਹਾਡੇ ਕੋਲ ਇੱਕ ਵੀ ਸਿਪਾਹੀ ਇਹਨਾਂ ਜਨੂਨੀ ਹੈ। ਕਿਉਂਕਿ ਉਹ ਬੰਦੇ ਆਉਂਦੇ, ਜਿਹੜੇ ਬੰਦੇ ਸਰਕਾਰ ਬੁਲਾਉਂਦੀ ਹੈ ਜਾਂ ਰਾਜਨੀਤਿਕ ਪਾਰਟੀਆਂ ਧਰਨਾ ਪ੍ਰਦਰਸ਼ਨ ਕਰਦੀਆਂ, ਉਹ ਬੰਦੇ ਉਹ ਆਉਂਦੇ ਆ ਜਿਨ੍ਹਾਂ ਨੂੰ ਟਿਕਟ ਨਾਲ ਮਤਲਬ ਹੁੰਦਾ ਵੀ ਅਸੀਂ ਹਾਜ਼ਰੀ ਲਵਾ ਦਈਏ, ਤੁਹਾਨੂੰ ਟਿਕਟ ਮਿਲ ਜਾਏਗੀ। ਜਿਹੜੇ ਸਾਡੇ ਕੋਲ ਬੰਦੇ ਆਏ ਆ, ਜਿਹੜੇ ਇਹ ਸਿਪਾਹੀ ਆ, ਇਹਨੂੰ ਕਿਸੇ ਟਿਕਟ ਨਾਲ ਮਤਲਬ ਨਹੀਂ। ਇਹਨਾਂ ਨੂੰ ਇੱਕ ਹੀ ਮਤਲਬ ਹੈ, ਦਿੱਲੀ ਪਹੁੰਚਣਾ, 3 ਕਾਨੂੰਨ ਰੱਦ ਕਰਦੇ ਸਰਕਾਰੇ, ਸੌਖੀ ਰਹੇਗੀ, ਨਹੀਂ ਤਾਂ ਕਰਵਾ ਕੇ ਤੁਰ ਜਾਵਾਂਗੇ। ਤੁਸੀਂ ਦੇਖਿਆ ਹੋਣਾ ਪੰਜਾਬ ਤੇ ਹਰਿਆਣੇ ਦੀਆਂ ਗੱਲਾਂ ਜਿਹੜੀਆਂ ਜ਼ਿਆਦਾ ਚੱਲਦੀਆਂ ਸਨ, ਜਦੋਂ ਬੈਰੀਗੇਡ ਤੋੜੇ, ਜਦੋਂ ਦਿੱਲੀ ਦੇ ਵਿੱਚ ਵਧਣਾ ਸੀਗਾ, ਤੁਹਾਨੂੰ ਉਦੋਂ ਲੱਗਦਾ ਸੀ ਵੀ ਸਾਡੇ ਰਾਜਸਥਾਨ ਵਾਲੇ ਭਰਾ ਵੀ ਜਿਹੜੇ, ਇਹਨਾਂ ਦੇ ਵੀ ਹੌਸਲੇ ਜਿਹੜੇ ਇਦਾਂ ਦੇ ਬਣ ਜਾਣਗੇ ਵੀ ਅਸੀਂ ਪਹੁੰਚ ਸਕਾਂਗੇ? ਉਮੀਦ ਸੀ ਤੁਹਾਨੂੰ ਇਸ ਚੀਜ਼ ਦੀ? ਵਿਸ਼ਵਾਸ ਸੀ ਵੀਰ, ਉਮੀਦ ਨਹੀਂ, ਵਿਸ਼ਵਾਸ ਸੀਗਾ। ਸਾਡੀ ਪ੍ਰਸਥਿਤੀ ਇਹ ਸੀਗੀ, ਸਾਡੇ ਆਮ ਤੌਰ ਤੇ ਕਿਸਾਨ ਜਿਹੜੇ 10-15 ਦਸੰਬਰ ਤੋਂ ਪਹਿਲਾਂ ਵਿਹਲੇ ਨਹੀਂ ਹੁੰਦੇ। ਮੈਂ ਮੀਟਿੰਗ ਵਿੱਚ ਮੈਂ ਅਰਜ਼ ਵੀ ਕੀਤੀ ਸੀਗੀ ਵੀ ਸਾਡੇ ਚੁਣਾਵ ਆ, ਪੰਚਾਇਤੀ ਰਾਜ ਚੁਣਾਵ ਆ, ਸਾਡੇ ਚੁਣਾਵ 11 ਦਸੰਬਰ ਨੂੰ ਖਤਮ ਹੋਣਗੇ। ਤੇ ਮੈਂ ਬੇਨਤੀ ਕੀਤੀ ਸੀ ਕਿ ਪਹਿਲਾਂ ਮੀਟਿੰਗਾਂ ਵਿੱਚ ਜਿਹੜੀ 26 ਨਵੰਬਰ ਦੀ ਕਾਲ ਰੱਖੀ ਆ, ਇਹ ਆਪਾਂ 15 ਦਸੰਬਰ ਦੀ ਕਰ ਲਈਏ। ਉਹ ਕਹਿੰਦੇ ਨਹੀਂ, ਕਾਲ ਤਾਂ ਫਾਈਨਲ ਹੋ ਗਈ। ਮੈਂ ਉਦੋਂ ਹੀ ਕਹਿਤਾ ਸੀਗਾ ਵੀ ਅਸੀਂ 26 ਨਵੰਬਰ ਨੂੰ ਦਿੱਲੀ ਪਹੁੰਚਾਂਗੇ, ਪਰ ਸਾਡੀ ਸੰਖਿਆ ਘੱਟ ਰਹੇਗੀ, ਸਾਡੇ ਬੰਦੇ 10-15 ਤਰੀਕ ਤੋਂ ਪਹਿਲਾਂ ਨਹੀਂ ਆ ਸਕਦੇ। ਤੇ ਉਹੀ ਗੱਲ ਹੋਈ, ਚੁਣਾਵ ਖਤਮ ਹੋਏ, ਬਿਜਾਈਆਂ ਖਤਮ ਹੋਈਆਂ, ਲੋਕਾਂ ਨੇ ਟਰਾਲੀਆਂ ਕੀਤੀਆਂ ਤਿਆਰ ਤੇ ਰਵਾਨਾ ਹੋ ਗਏ। ਤੁਹਾਨੂੰ ਦੁਬਾਰਾ ਆਵਾਜ਼ ਮਾਰਨ ਦੀ ਜ਼ਰੂਰਤ ਪਈ ਕਿ ਉਹ 1 ਮਹੀਨੇ ਦਾ ਵਾਕਫਾ ਜਿਹੜਾ ਤੁਸੀਂ ਦੱਸਦੇ ਹੋ, ਲੋਕ ਆਪੇ ਤਿਆਰ ਹੋ ਗਏ ਸੀ, ਤੁਹਾਨੂੰ ਕਾਲਾਂ ਆਉਣੀਆਂ ਸ਼ੁਰੂ ਹੋਈਆਂ ਜਾਂ ਲੋਕਾਂ ਨੇ ਤੁਹਾਡੇ ਤੱਕ ਸੰਪਰਕ ਬਣਾਇਆ ਵੀ ਆਪਾਂ ਜਾਣਾ ਹੈ, ਤੁਸੀਂ ਕਿਤੇ ਭੁੱਲ ਤੇ ਨਹੀਂ ਗਏ ਰਾਜੂ ਸਾਹਿਬ? ਨਹੀਂ ਜੀ, ਰਾਜੂ ਇੱਥੇ ਬੈਠਾ ਸੀਗਾ, ਜੀ ਕੇ ਅਸੀਂ ਟੀਮ ਬੈਠੀ ਸੀਗੀ, ਰੋਜ਼ ਬੇਨਤੀ ਕਰਕੇ ਦੱਸਦੇ ਸੀਗੇ ਵੀ ਅੱਜ ਟਿਕੜੀ ਤੇ ਬੈਠੇ ਹੈਗੇ ਆ, ਇੰਨੇ ਦਿਨ ਨੂੰ ਸ਼ਾਹਜਹਾਂਪੁਰ ਜਾਣਾ ਹੈਗਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਡਿਊਟੀ ਸ਼ਾਹਜਹਾਂਪੁਰ ਦੀ ਲੱਗ ਗਈ ਆ, ਰਾਜਸਥਾਨ ਵਾਲਿਆਂ ਦੀ, ਉਦੋਂ ਹੀ ਧੜਾ-ਧੜ ਫੋਨ ਆਉਣ ਲੱਗ ਗਏ। ਜਦ 12 ਤਰੀਕ ਨੂੰ ਅਸੀਂ ਨਾਕਾ ਰੋਕਣਾ ਸੀਗਾ, 13 ਨੂੰ ਪਹੁੰਚ ਗਏ ਆ। 13 ਤਰੀਕ ਨੂੰ ਮੇਰੇ ਪਹੁੰਚਣ ਤੋਂ ਪਹਿਲਾਂ 2 ਟਰੱਕ, 4 ਟਰਾਲੀਆਂ ਤੇ 4 ਕਾਰਾਂ ਅੱਗੇ ਸਵਾਗਤ ਵਾਸਤੇ ਖੜੀਆਂ ਸੀਗੀਆਂ। ਪਹੁੰਚੇ ਆ, ਇੱਥੋਂ 11 ਟਰਾਲੀਆਂ ਜੱਥਾ ਲੈ ਕੇ ਗਏ ਹੈਗੇ ਆ, 20-25 ਕਾਰਾਂ ਟਿਕੜੀ ਤੋਂ ਲੈ ਗਏ ਆ, 2 ਬੱਸਾਂ, 1 ਟਰੱਕ ਟਿਕੜੀ ਤੋਂ ਲੈ ਗਏ ਆ, ਸਵਾਗਤ ਵਾਸਤੇ ਉਹ ਖੜੇ ਸੀਗੇ। ਪਰ ਡੇ ਬਾਏ ਡੇ ਵੇਖਣ ਵਾਲਾ ਸੀਗਾ 6 ਲੇਨ ਰੋਡ, 5 ਕਿਲੋਮੀਟਰ ਲੰਬਾ ਕਾਫਲਾ, ਦੋਨੇ ਬੰਦੇ ਜਾਮ ਕਰਕੇ 10 ਦਿਨਾਂ 'ਚ ਹੋ ਗਿਆ ਸੀਗਾ। ਇਹੀ ਨਜ਼ਾਰਾ ਤੁਹਾਨੂੰ ਮੈਸਾਨੀ ਬਰਾਜ ਸੁਖਦੇਵ ਢਾਬੇ ਤੇ 4-5 ਦਿਨਾਂ 'ਚ ਮਿਲੇਗਾ। 5 ਕਿਲੋਮੀਟਰ ਲੰਬਾ ਕਾਫਲਾ ਤੁਹਾਨੂੰ 4-5 ਦਿਨਾਂ ਦੇ ਵਿੱਚ ਉੱਥੇ ਨਜ਼ਾਰਾ ਮਿਲੇਗਾ। ਕਿਉਂਕਿ ਇਹ ਲੜਾਈ ਜਿਹੜੀ ਕਿਸੇ ਦੀ ਲੜਾਈ ਨਹੀਂ, ਹਰੇਕ ਬੰਦਾ ਆਪ ਦੀ ਲੜਾਈ ਆਪ ਲੜਨ ਆਇਆ, ਕੋਈ ਕਿਸੇ ਦੇ ਬੁਲਾਇਆ ਨਹੀਂ ਆਇਆ, ਕੋਈ ਕਿਸੇ ਦੇ ਪਿੱਛੇ ਨਹੀਂ ਆਇਆ। ਸਾਰੇ ਆਪਦੇ ਜਵਾਕਾਂ ਦੀ ਰੋਟੀ ਤੇ ਆਪਦੇ ਢਿੱਡ ਵਾਸਤੇ, ਆਪਦੇ ਉਜਵਲ ਭਵਿੱਖ ਨੂੰ ਵੇਖਦੇ ਹੋਏ ਆਏ ਆ। ਐਸੀ ਕਰਕੇ ਤਾਂ ਕਹਿੰਦੇ ਆ ਇਹ ਲਿਆਂਦੇ ਨਹੀਂ ਗਏ, ਇਹ ਭੀੜ ਨਹੀਂ ਗਈ। ਸਰਕਾਰ ਗਲਤੀ ਸਮਝ ਰਹੀ ਹੈ ਵੀ ਭੀੜ ਹੈ, ਭੀੜ ਦੇ ਕੰਨ ਨਹੀਂ ਹੁੰਦੇ, भीड़ के कारण नहीं होते, क्योंकि भीड़ में इंसान नहीं होते। ये भीड़ नहीं गी, ये सिपाही है, तो सिपाही मोर्चे ते जांदा है, जित के आउंदा। ते साडा तां भारत दा इतिहास गवाह है, 65 जिते, 71 जिते, कारगिल जिते, हारे की हैं। जो साडे सिपाही मोर्चा नहीं हारे ते उन्हां दे बच्चे अज इस मोर्चे ते बैठे किवें हार जाणगे? एडा वड्डा काफला तुसीं दस रहे हो, 26 तरीक ਦੀ ਕੀ ਪਲੈਨਿੰਗ ਹੈ? 26 ਤਰੀਕ ਨੂੰ ਹੀ ਉੱਥੇ ਟਰੈਕਟਰ ਲੈ ਕੇ ਜਾਣੇ ਚਾਹੀਦੇ ਆ। ਤੁਸੀਂ ਸੁਖਦੇਵ ਢਾਬੇ ਤੇ ਬੈਠੇ ਹੋ, ਕਿੰਨੇ ਦਿਨ ਉੱਥੇ ਤੁਸੀਂ ਹੋਰ ਬੈਠੇ ਰਹਿਣਾ ਕਿ ਉੱਥੋਂ ਜਿਹੜਾ ਤੁਹਾਡਾ ਹਜੂਮ ਇੱਧਰ ਨੂੰ ਵਧੇਗਾ? ਤੁਸੀਂ ਜਿਹੜਾ ਤੁਹਾਡੇ ਮਰਜੀਬੜੇ ਯੋਧੇ ਜਿਹੜੇ ਤੁਸੀਂ ਦੱਸ ਰਹੇ ਹੋ ਇੱਧਰ ਨੂੰ, ਉਹ 26 ਤਰੀਕ ਨੂੰ ਸਾਨੂੰ ਬਣਨਾ ਚਾਹੀਦਾ ਜਾਂ ਪਹਿਲਾਂ ਤੋਂ ਹੀ ਇਹ ਸਟੈਂਡ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਟਰੈਕਟਰਾਂ ਬਾਰੇ? ਇਹਦਾ ਮੌਕਾ ਵੇਖਾਂਗੇ ਜੀ। 26 ਦੀ ਜਿਹੜੀ ਕਾਲ ਹੈਗੀ ਤਾਂ ਫਾਈਨਲ ਹੈ, ਪਰ ਅਸੀਂ 26 ਤੋਂ ਪਹਿਲਾਂ ਵੱਧਦੇ ਹਾਂ, ਕਦੋਂ ਵੱਧਦੇ ਹਾਂ ਤਾਂ ਮੌਕਾ ਦੇਖਾਂਗੇ। ਇਹ ਗੱਲਾਂ ਮੈਂ ਤੁਹਾਨੂੰ ਇਸ ਮਾਈਕ ਤੇ ਨਹੀਂ ਦੱਸ ਸਕਦਾ, ਕਿਉਂਕਿ ਸਾਡੇ ਵਿੱਚ ਹੋਰ ਹੀ ਗੁਪਤਚਰ ਬਹੁਤ ਹੈਗੇ। ਅਸੀਂ ਆਈਡੀਆਂ ਤੁਰੇ ਫਿਰਦੇ ਹੈਗੇ ਆ, ਟਾਊਟ ਤੁਰੇ ਫਿਰਦੇ ਆ, ਸਾਡੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਭੇਜੇ ਹੋਏ ਦਲਾਲ ਤੁਰੇ ਫਿਰਦੇ ਹੈਗੇ, ਜਿਹੜੇ ਆ ਕੇ ਡੀਮੋਰਲਾਈਜ਼ ਕਰਦੇ ਲੋਕਾਂ ਨੂੰ, ਇਹ ਮਰਵਾ ਦੇਣਗੇ, ਉਹ ਕਰ ਦੇਣਗੇ। ਪਰ ਫਿਰ ਵੀ ਇੱਕ ਵੀ ਚਾਲ ਕਾਮਯਾਬ ਨਹੀਂ ਹੋਈ ਉਹਨਾਂ ਦੀ, ਨਾ ਹੀ ਅੱਗੇ ਕੋਈ ਨੇ ਚਾਲ ਕਾਮਯਾਬ ਹੋਵੇ। ਇਹ ਅੰਦੋਲਨ ਜਨ ਅੰਦੋਲਨ ਹੈ, ਕਿਸਾਨ ਲੜ ਰਿਹਾ, ਹਰੇਕ ਵਰਗ ਸਹਿਯੋਗ ਕਰ ਰਿਹਾ ਤੇ ਕੁਦਰਤ ਕਾਇਨਾਤ ਵਿੱਚ ਵਾਪਰੀ ਹੋਈ ਹੈ। ਜਿਸ ਕਾਇਨਾਤ ਆ ਜੇ ਤੇ ਉਹ ਹਾਰ ਸਕਦੇ ਨਹੀਂਗੇ, ਵਧਾਂਗੇ ਜ਼ਰੂਰ। 26 ਤਰੀਕ ਨੂੰ ਕਿਸਾਨ ਪਰੇਡ ਹੈ, ਜੋ ਸੰਯੁਕਤ ਕਿਸਾਨ ਮੋਰਚਾ ਐਲਾਨ ਕਰ ਦੇਗਾ ਬਈ ਦਿੱਲੀ 'ਚ ਵੜਨਾ, ਦਿੱਲੀ 'ਚ ਵੜਾਂਗੇ, ਜੋ ਹੋ ਜਾਊਗਾ ਹੋਏਗਾ। ਜਿਵੇਂ ਤੁਸੀਂ ਦੇਖਿਆ ਹੋਣਾ ਰਾਜੂ ਸਾਹਿਬ,
ਪੰਜਾਬ ਤੇ ਹੋਰ ਦੇਸ਼ ਦੇ ਵੱਖ-ਵੱਖ ਖਿੱਤਿਆਂ ਤੋਂ ਛੋਟੇ-ਛੋਟੇ ਬੱਚੇ ਵੀ ਆਏ ਹੋਏ ਨੇ, ਭੈਣਾਂ ਵੀ ਆਈਆਂ ਹੋਈਆਂ ਨੇ, ਬਜ਼ੁਰਗ ਮਾਤਾਵਾਂ ਵੀ ਬੈਠੀਆਂ ਨੇ। ਛੋਟੇ-ਛੋਟੇ ਮੈਂ ਵੇਖ ਰਿਹਾ ਸੀ ਬੱਚਿਆਂ ਨਾਲ ਗੱਲਬਾਤ ਕੀਤੀ ਤੇ 8-8 ਸਾਲ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਜਾਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਤੇ 8-8 ਸਾਲ ਦੀਆਂ ਬੱਚੀਆਂ ਵੀ ਇਸ ਸੰਘਰਸ਼ 'ਚ ਯੋਗਦਾਨ ਪਾ ਰਹੀਆਂ ਨੇ ਤੇ 8-8 ਮਹੀਨੇ ਦੀਆਂ ਬੱਚੀਆਂ ਗੋਦ ਦੇ ਵਿੱਚ ਲਈ ਬੈਠੀਆਂ ਨੇ ਮਾਵਾਂ। ਤੁਹਾਡੇ ਰਾਜਸਥਾਨ ਤੋਂ ਵੀ ਕੋਈ ਆਇਆ ਹੈ? ਬਿਲਕੁਲ ਆਏ ਪਰਿਵਾਰ ਪਹੁੰਚੇ ਹੈਗੇ ਆ। ਜਿਹੜੀਆਂ ਬੱਚੀਆਂ ਨਾ, ਇਹ ਬੱਚੀਆਂ ਪਤਾ ਕਿਹਨੂੰ ਮੈਸੇਜ ਦੇ ਰਹੀਆਂ? ਇਹ ਬੱਚੀਆਂ ਉਹਨਾਂ ਐਮਐਲਏਆਂ ਨੂੰ, ਉਹਨਾਂ ਐਮਪੀਆਂ ਨੂੰ, ਉਹ ਪਾਰਟੀ ਦੇ ਜਿਹੜੇ ਆਪਣੇ ਗੁਲਾਮ ਲੋਕ ਜਿਹਨਾਂ ਗੱਲ 'ਚ ਪੱਟੇ ਪਵਾਇਆ ਟਿਕਟਾਂ ਵਾਸਤੇ ਤੁਰੇ ਫਿਰਦੇ, ਉਹਨਾਂ ਨੂੰ ਮੈਸੇਜ ਦੇ ਰਹੀਆਂ। ਕੀ ਮੈਸੇਜ ਦੇ ਰਹੀਆਂ? ਵੀ ਅੱਜ ਤੂੰ ਐਮਪੀ ਦੀ ਟਿਕਟ ਵਾਸਤੇ, ਐਮਐਲਏ ਦੀ ਟਿਕਟ ਵਾਸਤੇ ਦੇਸ਼ ਦੇ ਨਾਲ ਖੜ ਕੇ ਇੱਕ ਪਾਰਟੀ ਨਾਲ ਖੜਾ ਹੈ। ਕੱਲ੍ਹ ਨੂੰ ਜਦੋਂ ਤੇਰਾ ਬੱਚਾ ਹੋਊਗਾ, ਇਤਿਹਾਸ ਲਿਖਿਆ ਜਾਊਗਾ, ਉਸ ਟਾਈਮ ਤੇਰੇ ਬੱਚੇ ਨੇ ਤੈਨੂੰ ਸਵਾਲ ਕਰਨਾ ਹੈ ਵੀ ਪਾਪਾ ਜਦੋਂ ਕਿਸਾਨ ਨੂੰ ਲੋੜ ਸੀ, ਜਦੋਂ ਇਨਸਾਨ ਨੂੰ ਲੋੜ ਸੀ, ਜਦੋਂ ਬੰਦੇ ਨੂੰ ਲੋੜ ਸੀਗੀ, ਉਸ ਟਾਈਮ ਤੂੰ ਇਨਸਾਨ ਨਾਲ ਖੜ ਕੇ ਇੱਕ ਟਿਕਟ ਪਿੱਛੇ ਆਪਦੇ ਹਾਕਮ ਨਾਲ ਖੜਾ ਸੀਗਾ ਤੇ ਉਸ ਟਾਈਮ ਉਸ ਐਮਪੀ ਦੀਆਂ ਅੱਖਾਂ ਥੱਲੇ ਝੁਕ ਜਾਣਗੀਆਂ। ਇਹ ਉਹਨਾਂ ਨੂੰ ਮੈਸੇਜ ਦੇਣਾ ਹੈ, ਟਾਈਮ ਆ ਜਾਓ, ਅਸੀਂ ਤੁਹਾਡੇ ਬੱਚੇ ਆ, ਤੁਹਾਨੂੰ ਸਮਝਾ ਰਹੇ ਹਾਂ, ਸਮਝੋ। ਹਜੇ ਵੀ ਕਹਿਣਾ ਮੈਂ, ਮੌਕਾ ਹੈ, ਜਿੰਨੇ ਬੀਜੇਪੀ ਨਾਲ ਜੁੜੇ ਹੋਏ ਲੋਕ ਆ ਜਾਂ ਬੀਜੇਪੀ ਦੇ ਵਫਾਦਾਰ ਲੋਕ ਆ, ਮੌਕਾ ਹੈ, ਅਸਤੀਫੇ ਦੇ ਕੇ ਆ ਜਾਓ। ਤੁਹਾਨੂੰ ਲੋਕ ਅੱਖਾਂ 'ਤੇ ਚੱਕ ਲੈਣਗੇ, ਹੱਥਾਂ 'ਚ ਚੱਕ ਲੈਣਗੇ। ਪਰ ਜੇ ਤੁਸੀਂ ਟਿਕਟ ਦੇ ਲਾਲਚ ਵਿੱਚ ਹਾਜ਼ਰੀ ਵਜਾਉਂਦੇ ਰਹੇ ਤੇ ਤੁਹਾਡੀ ਜੇ ਟਿਕਟ ਬੀਜੇਪੀ ਤੇ ਲੈ ਕੇ ਆਓਗੇ, ਤੁਹਾਡੀ ਟਿਕਟ ਲੋਕਾਂ ਨੇ ਖਾਲੀ ਪੁੱਠੀ ਮੋੜ ਦੇਣੀ ਹੈ। ਜਿਵੇਂ ਆਪਦੇ ਗ੍ਰਹਿ ਖੇਤਰ ਵਿੱਚੋਂ ਕੱਲ ਖੱਟਰ ਨੂੰ ਲੋਕਾਂ ਨੇ ਪੁੱਠਾ ਮੋੜਤਾ। ਇਹ ਗੱਲ ਕਲੀਅਰ ਆ, ਸਮਝੋ ਜੀ ਮੌਕਾ ਹੈ। ਰਾਜੂ ਸਾਹਿਬ, ਹਰਿਆਣੇ ਸਰਕਾਰ ਦੀ ਜਿਹੜੀ ਰੈਲੀ ਰੱਖੀ ਗਈ ਸੀਗੀ ਉਹ ਲਗਭਗ ਜਿਹੜੀ ਉਹ ਫੇਲ ਕਰ ਦਿੱਤੀ ਗਈ ਹੈ। ਨੌਜਵਾਨਾਂ ਨੇ ਆਪਣੇ ਫਰਜ਼ ਨਿਭਾਏ, ਲੜਕੀਆਂ ਤੱਕ ਵੀ ਉੱਥੇ ਜਿਹੜੀਆਂ ਆਪਣੇ ਫਰਜ਼ ਨਿਭਾਉਂਦੀ ਨਜ਼ਰ ਪਈਆਂ ਤੇ ਸੁਣਨ ਦੇ ਵਿੱਚ ਆਇਆ ਵੀ 71 ਜਣਿਆਂ ਦੇ ਉੱਪਰ ਜਿਹੜੀ ਐਫਆਰਆਈ ਦਰਜ ਕਰ ਦਿੱਤੀ ਗਈ ਹੈ। ਪਹਿਲਾਂ ਤਾਂ ਖੱਟਰ ਕਹਿੰਦਾ ਹੁੰਦਾ ਸੀਗਾ ਵੀ ਪੰਜਾਬ ਦੇ ਲੋਕ ਆ ਉਹ ਬਰਗਲਾ ਰਹੇ ਆ, ਇਹ ਨਹੀਂ ਕਰ ਰਹੇ ਆ। ਹੁਣ ਸ਼ੁਕਰ ਹੈ ਤਾਂ ਮੰਨ ਗਿਆ ਵੀ ਹਰਿਆਣੇ ਦੇ ਲੋਕਾਂ ਦੇ ਐਫਆਈਆਰ ਹੋਈ ਆ। ਇਹਦਾ ਮਤਲਬ ਹਰਿਆਣਾ ਸੰਘਰਸ਼ 'ਚ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦਿੱਲੀ ਸਰਕਾਰ ਦੇ ਮੰਤਰੀ ਜਦੋਂ ਗੰਗਾਨਗਰ ਤੇ ਹਨੂੰਮਾਨਗੜ੍ਹ ਗਏ ਆ ਮਗਲੇ 3 ਮਹੀਨਿਆਂ 'ਚ, ਇੱਕ ਵੀ ਮੰਤਰੀ ਉਦੋਂ ਸੁੱਕਾ ਨਹੀਂ ਮੁੜਿਆ। ਹਰੇਕ ਦਾ ਘੇਰਾਅ ਹੋਇਆ। ਮਗਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਗਿਆ ਸੀਗਾ, 3 ਥਾਂ ਦਾ ਪ੍ਰੋਗਰਾਮ ਸੀਗਾ। ਇੱਕ ਥਾਂ ਦਾ ਕੱਲੀਆਂ ਬੀਬੀਆਂ ਨੇ 3 ਟੀਕੇ ਘੇਰਿਆ, ਉਹਨੂੰ ਕੱਲੀਆਂ ਬੀਬੀਆਂ ਨੇ। ਬੀਬੀਆਂ ਕਹਿੰਦੀਆਂ ਕੋਈ ਬੰਦਾ ਨਹੀਂ ਅੱਗੇ ਆਏਗਾ, ਇਸ ਮੰਤਰੀ ਦਾ ਜਵਾਬ ਅਸੀਂ ਲੈਣਾ, ਅਸੀਂ ਸਵਾਲ ਕਰਾਂਗੀਆਂ। ਤੇ ਬੀਬੀਆਂ ਦੇ ਅੰਦਰ ਇਹ ਜਜ਼ਬੇ ਨੇ। ਬੀਬੀਆਂ ਨੇ ਕਿਹਾ ਤਾਂ ਵੀ ਸਾਰੇ ਬੰਦਿਆਂ ਨੂੰ ਪਾਸੇ ਹੋ ਜਾਓ ਤੁਸੀਂ। 3 ਟੀਕੇ ਜਗ੍ਹਾ ਉੱਥੇ ਕੱਲੀਆਂ ਬੀਬੀਆਂ ਨੇ ਮੰਤਰੀ ਨੂੰ ਕਹਿ ਰਹੇ। ਮੰਤਰੀ ਨੇ ਵੇਖਿਆ ਕਿ ਬੀਬੀਆਂ ਖੜੀਆਂ ਹੈਗੀਆਂ ਤੇ ਪਾਣੀ ਹੋ ਗਿਆ, ਰੁਕਿਆ ਨਹੀਂ, ਕਾਰ ਭਜਾ ਕੇ ਲੈ ਗਿਆ ਉੱਥੇ। ਤੇ ਪ੍ਰੋਗਰਾਮ ਸਾਰੇ ਥਾਂ ਰੱਦ ਹੋ ਰਿਹਾ। ਜਿੱਥੇ ਕਿਸਾਨ ਅੰਦੋਲਨ ਬੰਦਾ ਸਮਝ ਗਿਆ, ਉੱਥੇ ਬੀਜੇਪੀ ਦੇ ਵਰਕਰਾਂ ਦਾ ਘਰੋਂ ਨਿਕਲਣਾ ਤੰਗ ਹੋਇਆ ਪਿਆ ਹੈਗਾ। ਸਾਡੇ ਕੱਲ ਨੂੰ ਜੇ ਰਾਜਸਥਾਨ ਦੇ ਵਿੱਚ ਵਿਸ਼ਾਲ ਰੈਲੀ ਰੱਖੀ ਜਾਂਦੀ ਹੈ, ਤੁਹਾਡੀ ਅਗਵਾਈ ਦੇ ਵਿੱਚ ਜਿਹੜੇ ਨੇ ਨੌਜਵਾਨ ਨੇ ਜਿਹੜੇ ਉੱਥੇ ਫਰਜ਼ ਨਿਭਾਉਂਦਿਆਂ ਹੋਇਆਂ, ਇਹ ਹਰਿਆਣੇ ਵਾਲੇ ਯੋਗਦਾਨ ਜਿਹੜਾ ਹਰਿਆਣੇ ਦੇ ਵਿੱਚ ਫੇਲ ਕੀਤੀ ਗਈ ਹੈ ਰੈਲੀ, ਇਦਾਂ ਦਾ ਯੋਗਦਾਨ ਤੁਹਾਡੇ ਰਾਜਸਥਾਨ ਦੇ ਵਿੱਚ ਵੀ ਪਾਉਣਗੇ? ਵੀਰ ਜੀ, ਮੈਂ ਤੁਹਾਨੂੰ ਦੱਸ ਚੁੱਕਿਆ ਨਾ, ਅਸੀਂ ਇਹ ਤੋਂ ਪਹਿਲਾਂ ਫੇਲ ਕਰ ਚੁੱਕੇ ਹਾਂ। ਰਾਜਸਥਾਨ ਇੱਕ ਬਹੁਤ ਵੱਡੀ ਸਟੇਟ ਹੈ, ਭੂਗੋਲਿਕ ਪ੍ਰਸਥਿਤੀਆਂ ਅਲੱਗ-ਅਲੱਗ ਹੈ। ਜੇ ਹੁਣ ਕੋਈ ਸੀਐਮ ਜਾਂ ਕੋਈ ਬੀਜੇਪੀ ਦਾ ਲੀਡਰ ਜਾ ਕੇ ਰਾਜ ਸੰਬੰਧ ਰੈਲੀ ਰੱਖ ਲਏ ਜਿੱਥੇ ਕਲੀ ਮਾਇਨਾ ਹੀ ਆ, ਜਾਂ ਬਾੜਮੇਰ ਰੱਖ ਲਏ ਜਿੱਥੇ ਕੋਈ ਖੇਤੀ ਹੈ ਹੀ ਨਹੀਂ ਗੀ, ਉੱਥੇ ਜਾ ਕੇ ਕੀ ਵਿਰੋਧ ਹੋਣਾ? ਜੇ ਦਮ ਹੈ ਤੇ ਗੰਗਾਨਗਰ ਤੇ ਹਨੂੰਮਾਨਗੜ੍ਹ 'ਚ ਕੋਟੇ ਬੂੰਦੀ 12 'ਚ ਰੱਖ ਕੇ ਦਿਖਾਵੇ ਤੇ ਰੈਲੀ ਕਰਕੇ ਦਿਖਾਵੇ, ਚੈਲੰਜ ਹੈ। ਤੇ ਹੁਣ ਅੱਗੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ, ਜਿਹੜੇ ਤੁਹਾਡੇ ਉੱਥੇ ਕੁਝ ਨੌਜਵਾਨ ਰਹਿ ਗਏ ਨੇ ਉਹਨਾਂ ਨੂੰ, ਜਾਂ ਦੁਨੀਆ ਦੇ ਵਿੱਚ ਵਸਣ ਵਾਲੇ ਜਿਹੜੇ ਕਿਸਾਨੀ ਖਿੱਤੇ ਨਾਲ ਸੰਬੰਧਿਤ ਨੇ ਜਾਂ ਕਿਸਾਨੀ ਖਿੱਤੇ ਤੋਂ ਬਾਹਰਲੇ ਵੀ ਵੀਰ ਹੈਗੇ ਆ, ਕਿਉਂਕਿ ਉਹਨਾਂ ਦਾ ਸੰਬੰਧ ਵੀ ਜਿਹੜਾ ਹੈਗਾ ਉਹ ਕਿਸਾਨੀ ਦੇ ਨਾਲ ਜੁੜਿਆ। ਜਿਹੜਾ ਰੋਟੀ ਇਨਸਾਨ ਖਾਂਦਾ ਉਹ ਇਨਸਾਨ ਦੇ ਪੁੱਤ ਅਖਵਾਏਗਾ ਨਾ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਖੀਰ ਤੇ ਤੁਸੀਂ? ਦੇਖੋ, ਚਾਹੇ ਰੋਟੀ ਖਾਂਦਾ ਤੇ ਨਾ ਖਾਂਦਾ, ਭਾਰਤ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਆ। ਹਰੇਕ ਨੇਤਾ ਸਟੇਜ ਤੇ ਬੋਲਦਾ ਹੈ। ਜੇ ਕ੍ਰਿਸ਼ੀ ਪ੍ਰਧਾਨ ਦੇਸ਼ ਆ, ਇਹਦਾ ਮਤਲਬ ਕ੍ਰਿਸ਼ੀ ਦੇ ਨਾਲ ਹੀ ਸਾਰਾ ਜੁੜਿਆ ਹੋਇਆ। ਕ੍ਰਿਸ਼ੀ ਐਕਸਲ ਹੈ, ਬਾਕੀ ਸਾਰੇ ਧੁਰੇ ਅਸਬਤ ਘੁੰਮਦੇ ਹੈਗੇ ਆ। ਮੈਂ ਇਹ ਸੁਨੇਹਾ ਦੇਣਾ ਚਾਹੂੰਗਾ ਵੀ 26 ਤਰੀਕ ਦੀ ਕਿਸਾਨ ਪਰੇਡ ਮਾਰਚ ਦਾ ਐਲਾਨ ਕੀਤਾ ਗਿਆ ਜਥੇਬੰਦੀਆਂ ਵੱਲੋਂ। 24 ਤਰੀਕ ਤੱਕ ਤੁਸੀਂ ਵੱਧ ਤੋਂ ਵੱਧ ਸੰਖਿਆ ਵਿੱਚ ਦਿੱਲੀ ਤੇ ਪਹੁੰਚੋ। ਹਰੇਕ ਨਾਕੇ ਤੇ, ਹਰੇਕ ਬਾਰਡਰ ਤੇ ਤੁਹਾਡੀ ਰਹਿਣ ਦੀ, ਖਾਣ ਦੀ, ਪੀਣ ਦੀ ਵਿਵਸਥਾ ਕੀਤੀ ਜਾਏਗੀ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੀ। ਪਰ ਜਦੋਂ ਸਿਪਾਹੀ ਹੁੰਦਾ ਮੋਰਚਿਆਂ 'ਚ ਭੁੱਖਾ ਵੀ ਲੜ ਲੈਂਦਾ, ਪਰ ਫਿਰ ਵੀ ਆਪਣੇ ਕੋਲੇ ਪਿੱਛੇ ਇੰਨੀ ਕੁ ਰਸ ਦੀ ਸਪਲਾਈ ਆ, ਮੈਂ ਹੈਰਾਨ ਆ। ਇੱਕ ਵੀ ਨਾਕੇ ਤੇ ਸੋਚੀਦਾ ਨਾ ਵੀ ਸਵੇਰੇ ਤਰਪਾਲ ਦੀ ਲੋੜ ਆ ਤੇ ਟਰੱਕ ਤਰਪਾਲਾਂ ਦਾ ਆ ਜਾਂਦਾ, ਸੋਚੀਦਾ ਵੀ ਲੱਕੜ ਦੀ ਲੋੜ ਆ, ਟਰੱਕ ਲੱਕੜ ਦਾ ਆ ਜਾਂਦਾ। ਕਿਸੇ ਰਕਮ ਦੀ ਕੋਈ ਪਰੇਸ਼ਾਨੀ ਨਹੀਂ ਗੀ। ਪਰ ਜਿਵੇਂ ਟਰੈਕਟਰ ਮਾਰਚ ਸਾਡੇ ਗੰਗਾਨਗਰ ਹਨੂੰਮਾਨਗੜ੍ਹ ਨਿਕਲ, ਡੇਲੀ ਇੱਕ ਮੰਡੀ 'ਚ ਟਰੈਕਟਰ ਮਾਰਚ ਕੱਢਦੇ ਹਾਂ ਅਸੀਂ। ਅੱਜ ਗੰਗਾਨਗਰ ਡਿਸਟ੍ਰਿਕਟ ਹੈੱਡਕੁਆਟਰ ਤੇ ਟਰੈਕਟਰ ਮਾਰਚ ਆਰਗੇਨਾਈਜ਼ ਕੀਤਾ ਸੀਗਾ। ਤਾਂ ਮੈਂ ਬੇਨਤੀ ਕੀਤੀ ਸੀਗੀ ਇਕੱਲੇ ਗੰਗਾਨਗਰ ਦੇ ਲੋਕ ਟਰੈਕਟਰ ਲੈ ਕੇ ਆਉਣ, ਬਾਕੀ ਕਾਰਾਂ ਜੀਪਾਂ ਤੇ ਆ ਜਾਣ। ਮੈਨੂੰ ਪਤਾ ਲੱਗਿਆ 50-50, 60-60 ਕਿਲੋਮੀਟਰ ਦੂਰ ਤੋਂ ਲੋਕ ਟਰੈਕਟਰ ਮਾਰਚ ਹਿੱਸਾ ਲੈਣਗੇ। ਅੱਜ ਘੱਟੋ ਘੱਟ 3000 ਟਰੈਕਟਰ ਦੀ ਰੈਲੀ ਨਿਕਲ ਰਹੀ ਹੈ ਉੱਥੇ।
ਟ੍ਰੇਲਰ ਜਾਣੀ ਕਿ ਰਾਜਸਥਾਨ ਦੇ ਵਿੱਚ ਵੀ ਸ਼ੁਰੂ ਹੋ ਗਏ ਨੇ, ਜਿਹੜੇ ਕਿਸੇ ਟਾਈਮ ਇੱਥੇ ਥੋੜੇ ਦਿਨ ਪਹਿਲਾਂ ਕੁੰਡਲੀ ਬਾਰਡਰ ਤੇ ਕਿਹਾ ਜਾਂ ਨੌਜਵਾਨ ਕਹਿੰਦੇ ਸੀ ਇੱਥੇ ਟ੍ਰੇਲਰ ਦਿਖਾ ਰਹੇ ਆ। ਹਾਂ, ਉਹ ਟ੍ਰੇਲਰ ਸ਼ੁਰੂ ਹੋ ਗਿਆ ਤੇ ਡੇਲੀ ਹੋ ਰਿਹਾ। ਇਹ ਨਹੀਂ ਆ ਵੀ ਇੱਕ ਦਿਨ। ਕੱਲ ਮੇਰੇ ਕੋਲ ਨੂਪਗੜ੍ਹ ਤੋਂ ਫੋਨ ਆਇਆ, ਕਹਿੰਦੇ 100 ਕਿਲੋਮੀਟਰ ਲੰਬਾ ਮਾਰਚ ਕਰਨਾ। ਮੈਂ ਕਿਹਾ ਵੀ ਗੰਗਾਨਗਰ ਕਰ ਰਿਹਾ ਹੈਗਾ, ਉਸ ਤੋਂ ਬਾਅਦ ਪੀਲੀ ਬੰਗਾ ਕਰ ਰਿਹਾ ਹੈਗਾ, ਉਸ ਤੋਂ ਬਾਅਦ ਆਪਾਂ ਸੋਚਾਂਗੇ ਆਪਾਂ ਵੀ ਕਿਹੜੀ ਤਰੀਕ ਰੱਖਣੀ ਹੈ। ਇੱਕ ਤਰੀਕ ਰੱਖਾਂਗੇ, ਉਸ ਦਿਨ ਆਪਾਂ 100 ਕਿਲੋਮੀਟਰ ਲੰਬਾ ਮਾਰਚ ਵੀ ਕਰਾਂਗੇ। ਮਾਰਚ ਦਾ ਇੱਕ ਹੀ ਉਦੇਸ਼ ਹੈ, ਮੀਟਿੰਗ ਕਰਦੇ ਆ, ਮੀਟਿੰਗ ਕਰਕੇ 24 ਤਰੀਕ ਤੱਕ ਦਿੱਲੀ ਪਹੁੰਚਣ ਦੀ ਬੇਨਤੀਆਂ ਕਰ ਰਹੇ ਹੈਗੇ ਆ। 13 ਤਰੀਕ ਨੂੰ ਸਾਰਿਆਂ ਨੇ ਲੋਹੜੀ ਵਾਲੇ ਦਿਨ ਜਿਹੜੀਆਂ ਕਾਪੀਆਂ ਸਾੜਨੀਆਂ ਹੈਗੀਆਂ 3 ਕਾਲੇ ਕਾਨੂੰਨਾਂ ਦੀਆਂ, ਉਹਦੇ ਵਿੱਚ ਅਸੀਂ ਇਹ ਆਹਵਾਨ ਕਰਨਾ ਹੈ ਵੀ ਨਰਿੰਦਰ ਮੋਦੀ ਜਾਵੇ, ਕੋਈ ਢੰਗ ਦਾ ਹਾਕਮ ਆਵੇ ਤੇ ਸਾਡੇ ਕਾਨੂੰਨ ਵਾਪਸ ਲਿਆ ਜਾਵੇ। ਅਸੀਂ ਇਸ ਤਰੀਕੇ ਦੀ ਬੇਨਤੀਆਂ ਕਰ ਰਹੇ ਹੈਗੇ ਆ। 18 ਤਰੀਕ ਨੂੰ ਕਿਸਾਨ ਮਹਿਲਾ ਦਿਵਸ ਮਨਾ ਰਹੇ ਆ। ਉਹ ਦਿਨ ਕਿਸਾਨ ਮਹਿਲਾ ਦਿਵਸ ਹੈ, ਤਾਂ ਕਿ ਜਿਵੇਂ ਮਹਿਲਾ ਦੀ ਇਸ ਅੰਦੋਲਨ ਵਿੱਚ ਭਾਗੀਦਾਰੀ ਹੈ, ਥੋੜੀ ਨਹੀਂ ਕੀ, ਪਰ ਉਸ ਭਾਗੀਦਾਰੀ ਨੂੰ ਉਹਨਾਂ ਦਾ ਆਤਮ ਵਿਸ਼ਵਾਸ ਹੋਰ ਵਧਾਉਣ ਵਾਸਤੇ ਇੱਕ ਦਿਨ ਕੇਵਲ ਤੇ ਕੇਵਲ ਕਿਸਾਨ ਮਹਿਲਾ ਦਿਵਸ ਦੇ ਨਾਮ ਤੇ ਮਨਾ ਰਹੇ ਆ। ਤੇ ਉਸ ਤੋਂ ਬਾਅਦ ਜਿਹੜਾ 26 ਤਰੀਕ ਦਾ ਕਿਸਾਨ ਪਰੇਡ ਆ, ਉਹਦਾ ਦੱਸਣ ਦੀ ਲੋੜ ਹੀ ਨਹੀਂ। ਹਰ ਪੱਧਰ ਤੇ ਤਿਆਰੀਆਂ ਹੋ ਰਹੀਆਂ, ਹਰ ਸਟੇਟ ਤੇ ਤਿਆਰੀਆਂ ਹੋ ਰਹੀਆਂ। ਜਿਵੇਂ ਤੁਹਾਨੂੰ ਦੱਸਿਆ ਸੀਗਾ, MP 'ਚ ਤਿਆਰੀ ਹੋ ਰਹੀ ਹੈ, ਰਾਜਸਥਾਨ 'ਚ ਹੋ ਰਹੀ ਹੈ, ਪੰਜਾਬ, ਹਰਿਆਣਾ, ਉੱਤਰਾਂਚਲ, UP, ਪੂਰੇ ਦੇਸ਼ ਤਿਆਰੀਆਂ ਹੋ ਰਹੀਆਂ। ਤੇ ਉਸ ਤੋਂ ਬਾਅਦ 26 ਨੂੰ ਅਗਰ ਨਾ ਮੰਨਿਆ ਤੇ 26 ਤੋਂ ਬਾਅਦ ਜਿਹੜੀ ਕਾਲ ਦਿੱਤੀ ਜਾਊਗੀ ਸੰਯੁਕਤ ਕਿਸਾਨ ਮੋਰਚਾ ਵੱਲੋਂ, ਉਹ ਇੰਨੀ ਕੁ ਸਖਤ ਹੋਏਗੀ ਵੀ ਉਹਦਾ ਅੰਦਾਜ਼ਾ ਫਿਰ ਬਲੋਵੀਆ ਬਣ ਜਾਏਗਾ। ਫਿਰ ਮਾਨ ਸਾਹਿਬ, ਤੁਸੀਂ ਇੱਥੇ ਬੈਠੇ ਹੋ ਤੇ ਤੁਸੀਂ ਪਿੱਛੇ ਦੀ ਗੱਲ ਕਰ ਰਹੇ ਹੋ ਵੀ ਮਾਰਚ ਕੱਢੇ ਜਾ ਰਹੇ ਨੇ। ਤੁਸੀਂ ਇੱਥੇ ਬੈਠੇ ਹੋ ਤੇ ਪਿੱਛੇ ਕੌਣ ਹੈਂਡਲ ਕਰਦਾ ਫਿਰ ਇਹ ਸਾਰੀਆਂ ਚੀਜ਼ਾਂ ਨੂੰ? ਕਦੀ ਕੋਈ ਇਕੱਲਾ ਬੰਦਾ ਵੱਡਾ ਹੋਇਆ, ਟੀਮ ਵੱਡੀ ਹੁੰਦੀ ਹੈ। ਸੰਗਠਨ ਦੀ ਟੀਮ ਹੈ। ਸੰਗਠਨ ਦਾ ਮਤਲਬ ਕੀ ਹੈ? ਟੀਮ। ਜਿਵੇਂ BJP ਸੰਗਠਨ ਨਹੀਂ ਗਾ, BJP 2 ਮੈਨ ਸ਼ੋ ਹੈ। ਤੁਹਾਨੂੰ ਧਿਆਨ ਹੋਵੇ 2014 ਦੇ ਵਿੱਚ ਇਹਨਾਂ ਨੇ ਚਲਾਇਆ ਸੀ ਅਬ ਕੀ ਬਾਰ BJP ਸਰਕਾਰ। ਅੱਧੇ ਘੰਟੇ ਬਾਅਦ ਕਹਿੰਦਾ ਸੀ ਨਹੀਂ, ਅਬ ਕੀ ਬਾਰ ਮੋਦੀ ਸਰਕਾਰ। ਬੰਦਾ ਮਹਾਨ ਕਰਦਾ ਸੀ। ਰਾਜੂ ਵੱਡਾ ਨਹੀਂ ਗਾ, ਪ੍ਰਧਾਨ ਵੱਡਾ ਨਹੀਂ ਗਾ, ਟੀਮ ਵੱਡੀ ਹੈ, ਸੰਗਠਨ ਵੱਡਾ ਹੈ, ਵਿਚਾਰ ਵੱਡਾ ਹੈ। ਜਿਹੜੇ ਇਸ ਸੰਗਠਨ ਦੇ ਨਾਲ ਵਿਚਾਰ ਨਾਲ ਲੋਕ ਜੁੜੇ ਹੋਏ ਆ ਤੇ ਜਿਹੜਾ ਸਾਡੀ ਟੀਮ ਹੈ ਬਲਾਕ ਸਤਰ ਤੱਕ, ਉਹ ਸਾਰੇ ਕੰਮ ਕਰ ਰਹੇ, ਉੱਥੇ ਲੱਗੇ ਹੋਏ ਆ ਆਦੇ ਲੈਵਲ ਤੇ। ਬਹੁਤ ਬਹੁਤ ਸ਼ੁਕਰੀਆ ਜੀ। ਪ੍ਰਧਾਨ ਸਾਹਿਬ ਨੇ ਸਾਨੂੰ ਦੱਸਿਆ ਵੀ ਹੌਸਲੇ ਅਜੇ ਵੀ ਬੁਲੰਦ ਨੇ। ਬੈਰੀਗੇਡ ਤੋੜ ਕੇ ਜੇ ਇੱਥੇ ਪਹੁੰਚੇ ਆ ਤਾਂ ਦਿੱਲੀ ਕੋਈ ਜ਼ਿਆਦਾ ਬਹੁਤੀ ਦੂਰ ਨਹੀਂ ਹੈ। ਰਾਸ਼ਨ ਪਹੁੰਚ ਜਾਂਦਾ ਹੈ, ਨਾਲ ਦੀ ਨਾਲ ਹੋਰ ਵੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ। ਤੇ ਜੇ ਪਿੱਛੇ ਦੀ ਆਪਾਂ ਗੱਲ ਕਰਦੇ ਹਾਂ ਤੇ ਵੀਰ ਜੀ ਹੁਣੇ ਦੱਸਿਆ ਪਿੱਛੇ ਵੀ ਸਾਡਾ ਹੋਰ ਸਮੂਹ ਹੈ, ਸਾਡੇ ਹੋਰ ਵੀਰ ਨੇ, ਜਿਹੜਾ ਸਾਰਾ ਰਾਜਸਥਾਨ ਦੇ ਵਿੱਚ, ਜੇ ਇਹ ਇੱਥੇ ਬੈਠੇ ਨੇ ਤਾਂ ਰਾਜਸਥਾਨ ਦਾ ਜਿਹੜਾ ਸਾਰਾ ਘਟਨਾਕ੍ਰਮ ਹੈ, ਰਾਜਸਥਾਨ ਦੇ ਵਿੱਚ ਕੀ ਹੁੰਦਾ ਹੈ, ਕਿਹੜੀ ਜਾਣਕਾਰੀ ਇਹਨਾਂ ਤੱਕ ਪਹੁੰਚਦੀ ਕਰਨੀ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਰਾਜਸਥਾਨ ਦੇ ਵਿੱਚ ਇਹਨਾਂ ਦੇ ਨਾਲ ਵੀਰ ਅਜੇ ਵੀ ਮੌਜੂਦ ਹਨ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।